ਮੇਰੇ ਪਤੀ ਦੀ ਲਾਸ਼ ਉੱਥੇ ਪਈ ਸੀ ਅਤੇ ਮੇਰੀ ਸੱਸ ਨੇ ਮੈਨੂੰ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਮੈਂ ਰੋ ਰਹੀ ਸੀ ਕਿ ਅਚਾਨਕ ਮੈਂ ਇੱਕ ਔਰਤ ਨੂੰ ਦੇਖਿਆ ਜੋ ਇੱਕ ਬੱਚੇ ਨੂੰ ਗੋਦੀ ਵਿੱਚ ਲੈ ਕੇ ਚੀਕ ਰਹੀ ਸੀ ਕਿ ਕੋਈ ਮੇਰੀ ਮਦਦ ਕਰੋ, ਨਹੀਂ ਤਾਂ ਬੱਚਾ ਮਰ ਜਾਵੇਗਾ। ਮੇਰੇ ਕੋਲ ਉਸ ਸਮੇਂ 1000 ਦਾ ਨੋਟ ਸੀ। ਮੈਂ ਉਸ ਨੂੰ ਦੇ ਦਿੱਤਾ। ਮੈਨੂੰ ਖੁਸ਼ੀ ਨਾਲ ਅਸ਼ੀਰਵਾਦ ਦਿੰਦੇ ਹੋਏ ਕਿਹਾ, ਬੇਟੀ ਤੂੰ ਆਪਣੇ ਘਰ ਪਰਤ ਜਾ, ਤੈਨੂੰ ਅਜੀ ਖੁਸ਼ੀ ਮਿਲੇਗੀ ਜੋ ਅੱਜ ਤੱਕ ਕਿਸੇ ਔਰਤ ਨੂੰ ਨਹੀਂ ਮਿਲੀ ਹੋਵੇਗੀ। ਮੈਂ ਸੋਚਿਆ ਕਿ ਮੈਨੂੰ ਕੀ ਮਿਲੇਗਾ, ਪਰ ਉਸ ਔਰਤ ਦੀ ਗੱਲ ਸੁਣ ਕੇ ਮੈਂ ਆਪਣੇ ਸਹੁਰੇ ਘਰ ਆ ਗਈ। ਪਰ ਜਿਵੇਂ ਹੀ ਮੇਰੀ ਨਜ਼ਰ ਮੇਰੇ ਪਤੀ ਦੀ ਮ੍ਰਿਤਕ ਦੇਹ ਤੇ ਪਈ, ਮੇਰੇ ਸਿਰ ਤੇ ਆਸਮਾਨ ਟੁੱਟ ਪਿਆ। ਮੇਰੇ ਪਤੀ ਅੱਜ ਕੰਮ ਤੋਂ ਘਰ ਜਲਦੀ ਆ ਗਏ ਸਨ। ਮੈਂ ਉਹਨਾਂ ਨੂੰ ਕਿਹਾ ਕਿ ਜਲਦੀ ਨਹਾ ਲਓ, ਉਦੋਂ ਤੱਕ ਮੈਂ ਖਾਣਾ ਬਣਾ ਲੈਂਦੀ ਹਾਂ। ਮੇਰੀ ਸੱਸ ਨੇ ਪਹਿਲਾਂ ਹੀ ਖਾਣਾ ਖਾ ਲਿਆ ਸੀ, ਸਿਰਫ ਮੈਂ ਤੇ ਮੇਰਾ ਪਤੀ ਹੀ ਰਹਿ ਗਏ ਸਨ। ਮੈਂ ਰਸੋਈ ਵਿੱਚ ਗਈ ਅਤੇ ਜਲਦੀ ਤਾਜ਼ਾ ਖਾਣਾ ਬਣਾ ਲਿਆ। ਉਸ ਤੋਂ ਬਾਅਦ ਮੈਂ ਚੁੱਲ੍ਹੇ ਤੇ ਚਾਹ ਲਈ ਪਾਣੀ ਰੱਖ ਦਿੱਤਾ, ਕਿਉਂਕਿ ਸਾਡੀ ਸਾਰਿਆਂ ਦੀ ਆਦਤ ਹੈ ਅਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀ ਲੈਂਦੇ ਸੀ। ਮੈਂ ਖਾਣਾ ਲੈ ਕੇ ਬਾਹਰ ਆ ਗਈ। ਮੰਜੇ ਤੇ ਮੇਰੇ ਪਤੀ ਦੇ ਅਤੇ ਸੱਸ ਬੈਠੇ ਸਨ। ਮੈਂ ਖਾਣਾ ਲਿਆਈ ਅਤੇ ਆਪਣੇ ਪਤੀ ਦੇ ਸਾਹਮਣੇ ਰੱਖ ਦਿੱਤਾ। ਉਹ ਖਾਣਾ ਖਾਣ ਲੱਗ ਪਿਆ। ਸਾਡੇ ਸਾਰਿਆਂ ਦੇ ਚਿਹਰਿਆਂ ਤੇ ਖਾਮੋਸ਼ੀ ਸੀ, ਜਦੋਂ ਕਿ ਮੇਰੀ ਸੱਸ ਦੇ ਚਿਹਰੇ ਤੇ ਅਜੀਬ ਜਿਹੀ ਮੁਸਕਰਾਹਟ ਸੀ, ਜੋ ਮੈਨੂੰ ਸੁਨੇਹਾ ਦੇ ਰਹੀ ਸੀ ਕਿ ਕੁਝ ਗਲਤ ਹੋਣ ਵਾਲਾ ਹੈ। ਪਰ ਮੈਂ ਇਸ ਸੋਚ ਨੂੰ ਛੱਡ ਦਿੱਤਾ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਅੱਗੇ ਕਿਹੜਾ ਤੂਫਾਨ ਆਉਣ ਵਾਲਾ ਹੈ। ਫਿਰ ਮੈਂ ਰਸੋਈ 'ਚ ਗਈ ਤਾਂ ਦੇਖਿਆ ਕਿ ਚਾਹ ਉਬਲ ਗਈ ਸੀ। ਮੈਂ ਚਾਹ ਕੱਪ ਵਿੱਚ ਪਾ ਲਈ ਅਤੇ ਟਰੇ ਚੁੱਕ ਕੇ ਬਾਹਰ ਲੈ ਆਈ, ਪਰ ਅੱਗੇ ਦਾ ਨਜ਼ਾਰਾ ਦੇਖ ਕੇ ਟਰੇ ਮੇਰੇ ਹੱਥੋਂ ਹੇਠਾਂ ਡਿੱਗ ਪਈ ਅਤੇ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਨੇ ਮੈਨੂੰ ਮਾਰ ਦਿੱਤਾ ਹੋਵੇ। ਮੇਰਾ ਪਤੀ ਮੰਜੇ ਤੇ ਲੇਟਿਆ ਹੋਇਆ ਸੀ ਅਤੇ ਆਪਣੀ ਛਾਤੀ ਨੂੰ ਜ਼ੋਰ ਨਾਲ ਰਗੜ ਰਿਹਾ ਸੀ। ਮੇਰੀ ਸੱਸ ਬੇਸੁੱਧ ਹੋ ਕੇ ਹੱਥ ਪੈਰ ਮਾਰ ਰਹੀ ਸੀ ਅਤੇ ਨਾਲ ਹੀ ਕਹਿ ਰਹੀ ਸੀ, ਕੀ ਹੋਇਆ ਬਲਵੀਰ, ਤੈਨੂੰ ਕੀ ਹੋ ਗਿਆ, ਮੈਨੂੰ ਕੁਝ ਦੱਸ। ਮੇਰੀ ਸੱਸ ਉੱਚੀ ਉੱਚੀ ਰੋ ਰਹੀ ਸੀ। ਉਸ ਦੀ ਹਾਲਤ ਦੇਖ ਕੇ ਮੈਂ ਭੱਜ ਕੇ ਆਪਣੇ ਪਤੀ ਕੋਲ ਆਈ ਅਤੇ ਉਸ ਨੂੰ ਦੇਖ ਕੇ ਹੀ ਰੋਣ ਲੱਗ ਪਈ। ਮੇਰੇ ਪਤੀ ਦਾ ਸਾਰਾ ਸਰੀਰ ਨੀਲਾ ਹੋ ਗਿਆ ਸੀ ਅਤੇ ਉਸ ਦੇ ਮੂੰਹ ਵਿੱਚੋਂ ਚਿੱਟਾ ਝੱਗ ਨਿਕਲ ਰਹੀ ਸੀ। ਉਹ ਆਪਣੇ ਗਲੇ ਨੂੰ ਫੜ ਪਾਣੀ ਤੋਂ ਬਿਨਾਂ ਮੱਛੀ ਵਾਂਗ ਤੜਫ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦੀ, ਜਿਵੇਂ ਹੀ ਮੈਂ ਕਿਸੇ ਨੂੰ ਮਦਦ ਲਈ ਬੁਲਾਇਆ ਤਾਂ ਮੇਰੇ ਪਤੀ ਦਾ ਸਰੀਰ ਸੁੱਕ ਗਿਆ ਸੀ ਅਤੇ ਉਸ ਦੀਆਂ ਅੱਖਾਂ ਵੀ ਉੱਪਰ ਚੜ ਗਈਆਂ ਸਨ। 2 ਮਿੰਟਾਂ ਵਿੱਚ ਮੇਰੀ ਪੂਰੀ ਦੁਨੀਆ ਖਤਮ ਹੋ ਗਈ ਸੀ। ਮੇਰਾ ਪਤੀ ਮੈਨੂੰ ਅਤੇ ਆਪਣੀ ਮਾਂ ਨੂੰ ਇਕੱਲੇ ਛੱਡ ਕੇ ਇਸ ਸੰਸਾਰ ਤੋਂ ਚਲੇ ਗਏ ਸਨ। ਮੇਰਾ ਪਤੀ ਹੀ ਮੇਰਾ ਸਭ ਕੁਝ ਸੀ। ਉਸ ਦਾ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੂੰ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਬਿਲਕੁਲ ਖਾਲੀ ਹੱਥ ਰਹਿ ਗਈ ਸੀ। ਮੇਰੇ ਸਾਹਮਣੇ ਉਸ ਦੇ ਸਿਵਾ ਕੋਈ ਨਹੀਂ ਸੀ। ਸਾਡੇ ਘਰ ਦਾ ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਅਤੇ ਇਲਾਕੇ ਦੇ ਲੋਕ ਵੀ ਸਾਡੇ ਘਰ ਆ ਗਏ ਸਨ ਅਤੇ ਉਹ ਵੀ ਇਹ ਸਭ ਦੇਖ ਕੇ ਹੈਰਾਨ ਰਹਿ ਗਏ ਸਨ। ਅਚਾਨਕ ਮੈਨੂੰ ਆਪਣੇ ਆਲੇ ਦੁਆਲੇ ਘੁਟਨ ਮਹਿਸੂਸ ਹੋਈ ਅਤੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੈਨੂੰ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਘੁੰਮਦੀ ਮਹਿਸੂਸ ਹੋਈ। ਮੈਂ ਕੰਧ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਚੱਕਰ ਆ ਗਿਆ ਅਤੇ ਅਗਲੇ ਹੀ ਪਲ ਮੈਂ ਆਪਣੇ ਸਾਰੇ ਸਰੀਰ ਦੇ ਭਾਰ ਜ਼ਮੀਨ ਤੇ ਡਿੱਗ ਪਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਪਾਇਆ। ਮੇਰਾ ਸਿਰ ਅਜੇ ਵੀ ਭਾਰਾ ਸੀ। ਮੈਂ ਇੱਧਰ ਉੱਧਰ ਦੇਖਿਆ ਅਤੇ ਅਗਲੇ ਹੀ ਪਲ ਮੇਰੇ ਪਤੀ ਦੀ ਬੇਜਾਨ ਲਾਸ਼ ਮੇਰੀਆਂ ਅੱਖਾਂ ਸਾਹਮਣੇ ਆ ਗਈ। ਮੈਂ ਝੱਟ ਉੱਠ ਕੇ ਬਾਹਰ ਆ ਗਈ। ਸਵੇਰ ਹੋ ਚੁੱਕੀ ਸੀ। ਮੈਂ ਸਾਰੀ ਰਾਤ ਬੇਹੋਸ਼ ਰਹੀ। ਮੈਂ ਦੇਖਿਆ ਕਿ ਮੇਰੇ ਪਤੀ ਦੀ ਲਾਸ਼ ਘਰ ਦੇ ਬਾਹਰ ਪਈ ਸੀ ਅਤੇ ਮੇਰੀ ਸੱਸ ਉਸ ਦੇ ਮੰਜੀ ਕੋਲ ਬੈਠੀ ਸੀ। ਉਸ ਦੀਆਂ ਅੱਖਾਂ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਉਹ ਸਾਰੀ ਰਾਤ ਰੋਂਦੀ ਰਹੀ ਹੋਵੇ। ਇੱਕ ਜਵਾਨ ਪੁੱਤਰ ਦਾ ਗਮ ਜੋ ਸੀ। ਫਿਰ ਜਿਵੇਂ ਹੀ ਮੈਂ ਆਪਣੇ ਪਤੀ ਦੀ ਮ੍ਰਿਤਕ ਦੇਹ ਦੇ ਨੇੜੇ ਪਹੁੰਚੀ ਤਾਂ ਇਲਾਕੇ ਦੀਆਂ ਸਾਰੀਆਂ ਔਰਤਾਂ ਮੈਨੂੰ ਦੇਖ ਕੇ ਇੱਕ ਦੂਜੇ ਨੂੰ ਕਹਿਣ ਲੱਗ ਪਈਆਂ, ਦੇਖ ਲਓ ਆ ਗਈ ਮਹਾਰਾਣੀ, ਇਸ ਦੀ ਸਵੇਰ ਹੋ ਗਈ, ਕਿੰਨੀ ਬੇਸ਼ਰਮ ਔਰਤ ਹੈ। ਉਸ ਦੇ ਪਤੀ ਦੀ ਲਾਸ਼ ਇੱਥੇ ਪਈ ਹੈ ਅਤੇ ਇਹ ਪੂਰੀ ਰਾਤ ਆਰਾਮ ਨਾਲ ਅੰਦਰ ਪਈ ਰਹੀ। ਓਏ ਬੇਸ਼ਰਮ, ਕੁਝ ਤਾਂ ਸ਼ਰਮ ਕਰ। ਤੇਰੀ ਬੁੱਢੀ ਸੱਸ ਕੱਲ ਸ਼ਾਮ ਤੋਂ ਮੰਜੇ ਕੋਲ ਬੈਠੀ ਹੈ। ਉਸ ਨੇ ਪਾਣੀ ਦਾ ਇੱਕ ਘੁੱਟ ਵੀ ਨਹੀਂ ਪੀਤਾ।
ਫਿਰ ਵੀ ਉਹ ਤੇਰੇ ਬਾਰੇ ਸੋਚ ਰਹੀ ਹੈ ਕਿ ਕਿਤੇ ਤੈਨੂੰ ਉਠਾ ਲਿਆ ਤਾਂ ਕਿਤੇ ਤੇਰੀ ਸਿਹਤ ਖਰਾਬ ਨਾ ਹੋ ਜਾਵੇ। ਇਸ ਹਾਲਤ ਵਿੱਚ ਵੀ ਉਸ ਨੂੰ ਸਿਰਫ ਤੇਰੀ ਹੀ ਪਰਵਾਹ ਸੀ ਤੇ ਤੂੰ ਹੀ ਹੈ ਜਿਸ ਨੇ ਪਹਿਲਾਂ ਆਪਣੇ ਪਤੀ ਨੂੰ ਮਾਰਿਆ ਅਤੇ ਫਿਰ ਬੇਸ਼ਰਮੀ ਨਾਲ ਇਸ ਘਰ ਵਿੱਚ ਰਹਿ ਕੇ ਆਪਣੀ ਨੀਂਦ ਪੂਰੀ ਕਰ ਰਹੀ ਹੈ। ਤੈਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਅਜੇ ਮਾਣ ਨਾਲ ਸਾਡੇ ਸਾਹਮਣੇ ਖੜੀ ਹੈ। ਮੈਂ ਹੈਰਾਨੀ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਿੰਨੀ ਆਸਾਨੀ ਨਾਲ ਸਾਰਾ ਦੋਸ਼ ਮੇਰੇ ਤੇ ਪਾ ਰਹੀਆਂ ਸਨ। ਮੈਂ ਅਜੇ ਇਸ ਖਿਆਲ ਵਿੱਚ ਸੀ। ਫਿਰ ਮੈਂ ਆਪਣੇ ਪਤੀ ਕੋਲ ਜਾਣ ਲੱਗੀ। ਮੈਂ ਅਜੇ ਮੰਜੇ ਕੋਲ ਪਹੁੰਚੀ ਸੀ ਕਿ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਵਾਲ ਖਿੱਚ ਰਿਹਾ ਹੋਵੇ। ਜਿਉਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਸੱਸ ਮੇਰੇ ਵਾਲਾਂ ਨੂੰ ਫੜ ਕੇ ਖਿੱਚ ਰਹੀ ਸੀ ਤੇ ਮੈਨੂੰ ਕਿਸੇ ਬਗਾਨੇ ਵਾਂਗ ਫੜ ਕੇ ਦੂਰ ਸੁੱਟ ਦਿੱਤਾ। ਮੈਂ ਜਾ ਕੇ ਦਰਵਾਜ਼ੇ ਕੋਲ ਡਿੱਗ ਪਈ। ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਮੈਂ ਫਿਰ ਮੰਜੇ ਵੱਲ ਜਾਣ ਲੱਗੀ। ਫਿਰ ਮੇਰੀ ਸੱਸ ਮੇਰੇ ਵੱਲ ਆਈ ਅਤੇ ਉਸਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਮੇਰਾ ਮੂੰਹ ਲਾਲ ਹੋ ਗਿਆ, ਗੱਲ ਸੁੱਜ ਗਈ ਤੇ ਬੁੱਲ ਫਟ ਕੇ ਖੂਨ ਵਹਿਣ ਲੱਗਾ। ਹੁਣੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਬੋਲਾਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ। ਉਹ ਕਹਿ ਰਹੀ ਸੀ ਕਿ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਤੂੰ ਮੇਰੇ ਪੁੱਤਰ ਦੀ ਕਾਤਲ ਹੈ, ਤੂੰ ਮੇਰੇ ਪੁੱਤਰ ਨੂੰ ਮਾਰਿਆ, ਉਸ ਦੀ ਜਾਨ ਲੈ ਲਈ। ਜਦੋਂ ਤੋਂ ਤੂੰ ਮੇਰੇ ਪੁੱਤਰ ਦੀ ਜ਼ਿੰਦਗੀ ਵਿੱਚ ਆਈ ਹੈ, ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਅਜੇ ਤੇਰੇ ਦਿਲ ਵਿੱਚ ਠੰਡ ਨਹੀਂ ਪਈ ਸੀ ਕਿ ਤੂੰ ਉਸ ਦੀ ਜਾਨ ਲੈ ਲਈ। ਮੈਂ ਉਸ ਅੱਗੇ ਹੱਥ ਜੋੜ ਕੇ ਕਿਹਾ, ਮੈਂ ਕੁਝ ਨਹੀਂ ਕੀਤਾ, ਮੈਂ ਉਹਨਾਂ ਨੂੰ ਨਹੀਂ ਮਾਰਿਆ, ਮੈਂ ਅਜਿਹਾ ਕਿਉਂ ਕਰਾਂਗੀ। ਖੈਰ, ਉਹ ਮੇਰਾ ਪਤੀ ਸੀ, ਮੈਨੂੰ ਉਸ ਕੋਲ ਜਾਣ ਤੋਂ ਨਾ ਰੋਕੋ। ਪਰ ਉਹਨਾਂ ਉੱਤੇ ਮੇਰੇ ਕਿਸੇ ਵੀ ਸ਼ਬਦ ਦਾ ਕੋਈ ਅਸਰ ਨਹੀਂ ਹੋਇਆ। ਉਹ ਮੈਨੂੰ ਬਾਂਹ ਤੋਂ ਫੜ ਕੇ ਗੇਟ ਤੱਕ ਲੈ ਗਏ ਅਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਮੇਰੇ ਉੱਤੇ ਮੁਸੀਬਤ ਦਾ ਪਹਾੜ ਡਿੱਗ ਪਿਆ। ਇੱਕ ਤਾਂ ਪਤੀ ਤੋਂ ਵਿਛੜ ਗਈ ਸੀ ਤੇ ਦੂਜੀ ਘਰੋਂ ਬੇਘਰ ਹੋ ਗਈ ਸੀ। ਮੈਂ ਗੇਟ ਕੋਲ ਆ ਕੇ ਰੋਣ ਲੱਗ ਪਈ। ਮੈਂ ਬਹੁਤ ਦੇਰ ਤੱਕ ਉੱਥੇ ਖੜੀ ਰਹੀ, ਪਰ ਸਾਰੇ ਲੋਕ ਪੱਥਰ ਦਿਲ ਹੋ ਗਏ ਸਨ। ਮੈਂ ਟੁੱਟੇ ਦਿਲ ਨਾਲ ਸੜਕ ਦੇ ਤੁਰਨ ਲੱਗੀ। ਮੇਰੇ ਕੋਲ ਜਾਣ ਲਈ ਕੋਈ ਥਾਂ ਨਹੀਂ ਸੀ, ਤਾਂ ਮੈਂ ਕਿੱਥੇ ਜਾਵਾਂ। ਅਚਾਨਕ ਮੈਨੂੰ ਇੱਕ ਔਰਤ ਦੀ ਆਵਾਜ਼ ਸੁਣਾਈ ਦਿੱਤੀ। ਉਹ ਕਹਿ ਰਹੀ ਸੀ ਕਿ ਕੋਈ ਰੱਬ ਦੇ ਨਾਂ ਤੇ ਮੇਰੀ ਮਦਦ ਕਰੋ, ਮੇਰਾ ਬੱਚਾ 2 ਦਿਨ ਤੋਂ ਭੁੱਖਾ ਹੈ, ਕੋਈ ਮੇਰੀ ਮਦਦ ਕਰੋ, ਕੋਈ ਮੇਰੇ ਉੱਤੇ ਦਇਆ ਕਰੋ। ਮੈਂ ਆਪਣੀ ਚੁੰਨੀ ਦੇ ਪੱਲੇ ਵਿੱਚ ਦੇਖਿਆ। ਉਸ ਸਮੇਂ ਮੇਰੇ ਕੋਲ 1000 ਦਾ ਨੋਟ ਸੀ। ਮੈਂ ਉਹ ਨੋਟ ਉਸ ਔਰਤ ਨੂੰ ਦੇ ਦਿੱਤਾ। ਉਸ ਔਰਤ ਦੀ ਗੋਦੀ ਵਿੱਚ ਇੱਕ ਛੋਟਾ ਬੱਚਾ ਸੀ। ਉਹ ਰੋ ਰਹੀ ਸੀ, ਸ਼ਾਇਦ ਉਹ ਭੁੱਖਾ ਸੀ। ਉਹ ਔਰਤ ਮੇਰੇ ਵੱਲ ਦੇਖ ਕੇ ਕਹਿਣ ਲੱਗੀ, ਕਿੱਧਰ ਜਾ ਰਹੀ ਹੈ ਧੀਏ, ਤੇ ਕਿਉਂ ਰੋ ਰਹੀ ਹੈ? ਕੀ ਤੂੰ ਵੀ ਮੇਰੇ ਵਾਂਗ ਉਦਾਸ ਹੈ? ਉਸ ਦੀ ਗੱਲ ਸੁਣਦਿਆਂ ਹੀ ਮੈਂ ਘਬਰਾਹਟ ਵਿੱਚ ਇੱਧਰ ਉੱਧਰ ਦੇਖਣ ਲੱਗੀ ਤਾਂ ਮੈਂ ਆਪਣੇ ਘਰ ਤੋਂ ਕਾਫੀ ਦੂਰ ਆ ਗਈ ਸੀ। ਉਸ ਔਰਤ ਨੇ ਕਿਹਾ, ਰੱਬ ਤੈਨੂੰ ਖੁਸ਼ ਰੱਖੇ, ਤੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣ, ਤੂੰ ਸਦਾ ਖੁਸ਼ ਰਹੇ। ਇਸ ਤਰ੍ਹਾਂ ਸੜਕ ਤੇ ਨਾ ਤੁਰ, ਆਪਣੇ ਘਰ ਜਾ। ਮੈਂ ਕਿਹਾ, ਮੇਰਾ ਕੋਈ ਘਰ ਨਹੀਂ ਹੈ, ਮੈਂ ਬੇਸਹਾਰਾ ਹਾਂ। ਉਸ ਨੇ ਕਿਹਾ, ਤੁਸੀਂ ਬੇਸਹਾਰਾ ਨਹੀਂ ਹੋ, ਆਪਣੇ ਘਰ ਜਾਓ, ਤੁਹਾਡਾ ਘਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ, ਤੇਰੇ ਕੋਲ ਸਭ ਕੁਝ ਹੈ। ਫਿਰ ਤੂੰ ਕਿਉਂ ਸੜਕ ਤੇ ਭੜਕ ਰਹੀ ਹੈ? ਤੂੰ ਤਾਂ ਮਹਾਰਾਣੀ ਹੈ। ਜਾਓ, ਆਪਣੇ ਘਰ ਨੂੰ ਸੰਭਾਲੋ, ਆਪਣੇ ਘਰ ਜਾਓ, ਤੁਹਾਨੂੰ ਅਜਿਹੀ ਖੁਸ਼ੀ ਮਿਲੇਗੀ ਜੋ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਵੇਗੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰੇ ਨੌਜਵਾਨ ਪਤੀ ਦੀ ਉਸ ਘਰ ਵਿੱਚ ਮੌਤ ਹੋ ਗਈ ਸੀ। ਮੇਰਾ ਸਾਰਾ ਸੰਸਾਰ ਲੁੱਟਿਆ ਗਿਆ ਹੈ। ਮੈਨੂੰ ਉੱਥੇ ਕਿਹੜੀ ਖੁਸ਼ੀ ਮਿਲ ਸਕਦੀ ਹੈ? ਹਾਲਾਤਾਂ ਦੇ ਸਾਹਮਣੇ ਮਜਬੂਰ ਹੋ ਕੇ ਮੈਂ ਆਪਣੇ ਘਰ ਵੱਲ ਨੂੰ ਤੁਰ ਪਈ ਤੇ ਸੋਚਿਆ ਕਿ ਜੇ ਜਾ ਕੇ ਦੇਖਾਂ ਤਾਂ ਸਹੀ ਕੀ ਸੁੱਖ ਮਿਲਣਾ ਹੈ। ਜੇ ਸੁੱਖ ਨਾ ਮਿਲਿਆ ਤਾਂ ਮੈਂ ਇੱਕ ਵਾਰ ਫਿਰ ਆਪਣੀ ਸੱਸ ਦੇ ਪੈਰੀ ਪੈ ਜਾਵਾਂਗੀ। ਹੋ ਸਕਦਾ ਹੈ ਕਿ ਉਹ ਮੇਰੇ ਤੋਂ ਤਰਸ ਖਾ ਲਵੇ ਅਤੇ ਮੈਨੂੰ ਆਪਣੇ ਪਤੀ ਨੂੰ ਆਖਰੀ ਵਾਰ ਮਿਲਣ ਦੇ ਦੇਵੇ। ਹੁਣ ਤਾਂ ਮੈਂ ਘਰ ਦੇ ਦਰਵਾਜ਼ੇ ਤੱਕ ਪਹੁੰਚ ਚੁੱਕੀ ਸੀ। ਮੈਂ ਦੇਖਿਆ ਦਰਵਾਜ਼ਾ ਅੰਦਰੋਂ ਬੰਦ ਸੀ। ਮੈਂ ਧੜਕਦੇ ਦਿਲ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ, ਪਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵਾਲਾ ਨਜ਼ਾਰਾ ਦੇਖ ਕੇ ਮੈਂ ਦੰਗ ਰਹਿ ਗਈ। ਕਦ ਮੇਰਾ ਸਾਰਾ ਸਰੀਰ ਕੰਬਣ ਲੱਗਾ। ਮੇਰਾ ਨਾਮ ਕਮਲ ਹੈ। ਮੈਂ ਛੋਟੇ ਪਿੰਡ ਵਿੱਚ ਰਹਿੰਦੀ ਹਾਂ। ਮੇਰੇ ਨਾਲ ਮੇਰੇ ਪਤੀ ਅਤੇ ਸੱਸ ਰਹਿੰਦੀ ਹੈ। ਇਸ ਸਮੇਂ ਮੇਰੀ ਉਮਰ 30 ਸਾਲ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ 20 ਸਾਲਾਂ ਦੀ ਸੀ।
ਅਤੇ ਸ਼ਹਿਰ ਦੇ ਬਾਹਰ ਸਭ ਤੋਂ ਵਧੀਆ ਕਾਲਜ ਵਿੱਚ ਪੜ੍ਹਦੀ ਸੀ। ਮੈਨੂੰ ਪੜ੍ਹਾਈ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ, ਪਰ ਪਿਤਾ ਜੀ ਦੀ ਜਿੱਦ ਕਾਰਨ ਮੈਂ ਮਜਬੂਰੀ ਵਿੱਚ ਪੜ੍ਹ ਰਹੀ ਸੀ। ਮੇਰੇ ਪਿਤਾ ਜੀ ਇੱਕ ਜਾਣੇ ਪਛਾਣੇ ਵਪਾਰੀ ਸਨ, ਪਰ ਉਹਨਾਂ ਦਾ ਰਵੱਈਆ ਸ਼ੁਰੂ ਤੋਂ ਹੀ ਸਾਡੇ ਪ੍ਰਤੀ ਸਖਤ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਉਹਨਾਂ ਨੂੰ ਮੁਸਕਰਾਉਂਦੇ ਨਹੀਂ ਦੇਖਿਆ ਸੀ। ਉਹ ਹਰ ਵੇਲੇ ਗੁੱਸੇ ਵਿੱਚ ਰਹਿੰਦੇ ਸਨ। ਇਹ ਨਹੀਂ ਕਿ ਕੋਈ ਕਾਰਨ ਸੀ, ਉਹ ਸੁਭਾਅ ਤੋਂ ਅਜਿਹਾ ਹੀ ਸਨ। ਮੈਂ ਉਹਨਾਂ ਇਕਲੌਤੀ ਧੀ ਸੀ, ਫਿਰ ਵੀ ਉਹਨਾਂ ਨੇ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕੀਤੀ। ਉਹ ਮੇਰੀ ਹਰ ਛੋਟੀ ਵੱਡੀ ਲੋੜ ਦਾ ਖਿਆਲ ਰੱਖਦੇ, ਪਰ ਮੈਂ ਉਹਨਾਂ ਦੇ ਗੁੱਸੇ ਤੋਂ ਪਰੇਸ਼ਾਨ ਸੀ। ਮੈਂ ਅਤੇ ਮੇਰੀ ਮਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਕੋਈ ਵੀ ਚੀਜ਼ ਉਹਨਾਂ ਇੱਛਾ ਤੋਂ ਵਿਰੁੱਧ ਨਾ ਹੋਵੇ। ਮੇਰੀ ਮਾਂ ਵੀ ਪੜ੍ਹੀ ਲਿਖੀ ਔਰਤ ਹੈ। ਮੇਰੇ ਪਿਤਾ ਦੇ ਰਵੱਈਏ ਨੇ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੱਤਾ ਸੀ। ਜ਼ਿਆਦਾ ਸਖਤੀ ਵੀ ਮਨੁੱਖ ਨੂੰ ਆਪਣੀਆਂ ਤੋਂ ਦੂਰ ਕਰਦੀ ਹੈ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਸ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਮੇਰੇ ਪਿਤਾ ਜੀ ਦਾ ਬਿਜ਼ਨਸ ਪਾਰਟਨਰ ਆਪਣੇ ਪਰਿਵਾਰ ਨਾਲ ਸਾਡੇ ਡਰਾਇੰਗ ਰੂਮ ਵਿੱਚ ਬੈਠਾ ਸੀ। ਮੇਰੇ ਪਿਤਾ ਦਾ ਕਾਰੋਬਾਰ ਪਾਰਟਨਰ ਸਾਡੇ ਘਰ ਅਕਸਰ ਆਉਂਦਾ ਰਹਿੰਦਾ ਸੀ। ਮੈਂ ਖਾਣਾ ਖਾ ਕੇ ਸੌਂ ਗਈ। ਸ਼ਾਮ ਨੂੰ ਜਦੋਂ ਮੈਂ ਜਾਗੀ ਤਾਂ ਮੇਰੀ ਮਾਂ ਨੇ ਦੱਸਿਆ ਕਿ ਤੇਰੇ ਪਿਤਾ ਨੇ ਤੇਰੇ ਵਿਆਹ ਆਪਣੇ ਬਿਜ਼ਨਸ ਪਾਰਟਨਰ ਦੇ ਲੜਕੇ ਹਰਮਨ ਨਾਲ ਤੈਅ ਕਰ ਦਿੱਤਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਤੇਰੀ ਮੰਗਣੀ ਹੋ ਜਾਣੀ ਹੈ ਤੇ ਫਿਰ ਵਿਆਹ। ਮੈਨੂੰ ਬਹੁਤ ਗੁੱਸਾ ਆਇਆ। ਜਦੋਂ ਮੈਂ ਆਪਣੀ ਮਾਂ ਨਾਲ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸਨੇ ਕਿਹਾ ਕਿ ਜੇਕਰ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਆਪਣੇ ਪਿਤਾ ਦੇ ਗੁੱਸੇ ਤੋਂ ਜਾਣੂ ਹੋ। ਮੈਂ ਤੁਰੰਤ ਆਪਣੇ ਕਮਰੇ ਵਿੱਚ ਆ ਗਈ ਤੇ ਫੋਨ ਚੱਕ ਕੇ ਬਲਵੀਰ ਨੂੰ ਮਿਲਾਇਆ ਤੇ ਰੋ ਰੋ ਕੇ ਦੱਸਣ ਲੱਗੀ ਕਿ ਮੇਰਾ ਪਿਤਾ ਮੇਰਾ ਵਿਆਹ ਆਪਣੇ ਕਾਰੋਬਾਰੀ ਸਾਥੀ ਦੇ ਲੜਕੇ ਨਾਲ ਜ਼ਬਰਦਸਤੀ ਕਰਨਾ ਚਾਹੁੰਦੇ ਹਨ। ਤੁਸੀਂ ਜਲਦੀ ਕੁਝ ਕਰੋ, ਕਿਉਂਕਿ ਮੈਂ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ। ਬਲਵੀਰ ਨੇ ਕਿਹਾ, ਚਿੰਤਾ ਨਾ ਕਰ, ਮੈਂ ਜਲਦੀ ਹੀ ਕੁਝ ਕਰਾਂਗਾ। ਮੈਂ ਬਹੁਤ ਪਰੇਸ਼ਾਨ ਸੀ। ਅਸਲ ਵਿੱਚ ਮੈਨੂੰ ਆਪਣੇ ਕਲਾਸ ਦੇ ਲੜਕੇ ਬਲਵੀਰ ਨਾਲ ਪਿਆਰ ਸੀ। ਬਲਵੀਰ ਦੇਖਣ ਵਿੱਚ ਤਾਂ ਠੀਕ ਸੀ। ਇਹ ਇੱਕ ਮੱਧ ਵਰਗ ਦੇ ਪਰਿਵਾਰ ਨਾਲ ਸੰਬੰਧਿਤ ਸੀ, ਪਰ ਮੈਂ ਉਸ ਲਈ ਕੁਝ ਵੀ ਕਰ ਸਕਦੀ ਸੀ। ਉਹ ਬਹੁਤ ਵਧੀਆ ਸੀ ਅਤੇ ਮੈਨੂੰ ਪਸੰਦ ਵੀ ਸੀ। ਉਸ ਦੇ ਘਰ ਸਿਰਫ ਉਸ ਦੀ ਮਾਂ ਅਤੇ ਉਹ ਰਹਿੰਦੇ ਸਨ। ਉਸ ਦੇ ਪਿਤਾ ਦਾ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਉਸ ਦੀ ਇੱਕ ਵੱਡੀ ਭੈਣ ਸੀ, ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਬਲਵੀਰ ਦੇ ਪਿਤਾ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ, ਜਿਸ ਦੀ ਦੇਖ-ਰੇਖ ਹੁਣ ਬਲਵੀਰ ਕਰਦਾ ਸੀ। ਪਰ ਮੈਨੂੰ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੈਂ ਕਦੇ ਵੀ ਆਪਣੇ ਪੈਸੇ ਦਾ ਘਮੰਡ ਨਹੀਂ ਕੀਤਾ ਸੀ ਕਿ ਮੈਂ ਇੱਕ ਵੱਡੇ ਬਾਪ ਦੀ ਧੀ ਹਾਂ। ਇਸ ਤਰ੍ਹਾਂ ਦਿਨ ਬੀਤਦੇ ਗਏ ਅਤੇ ਮੇਰੀ ਮੰਗਣੀ ਹਰਮਨ ਨਾਲ ਹੋ ਗਈ, ਪਰ ਮੈਂ ਇਸ ਵਿਆਹ ਨਾਲ ਖੁਸ਼ ਨਹੀਂ ਸੀ। ਹੌਲੀ-ਹੌਲੀ ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਮੇਰੇ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਬਲਵੀਰ ਅਤੇ ਉਸ ਦੀ ਮਾਂ ਮੇਰੇ ਲਈ ਰਿਸ਼ਤਾ ਲੈ ਕੇ ਆ ਗਏ। ਇਹ ਸਭ ਦੇਖ ਕੇ ਮੇਰੇ ਪਿਤਾ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਮੇਰੇ ਕੋਲੋਂ ਮੇਰਾ ਮੋਬਾਈਲ ਵੀ ਖੋਹ ਲਿਆ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਕੀ ਕਰਾਂ। ਜਿਸ ਦਿਨ ਮੇਰਾ ਵਿਆਹ ਸੀ ਉਸ ਦਿਨ ਸਵੇਰੇ 8 ਵਜੇ ਕਰੀਬ ਮੈਂ ਤਿਆਰ ਹੋਣ ਲਈ ਪਾਰਲਰ ਜਾਣਾ ਸੀ। ਮੇਰੀ ਮਾਂ ਨੇ ਮੇਰੇ ਨਾਲ ਮੇਰੀ ਇੱਕ ਸਹੇਲੀ ਨੂੰ ਭੇਜਿਆ ਤੇ ਕਿਹਾ, ਸਮੇਂ ਸਿਰ ਘਰ ਆ ਜਾਣਾ। ਮੈਂ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਅਸੀਂ ਦੋਵੇਂ ਕਾਰ ਵਿੱਚ ਬੈਠ ਕੇ ਪਾਰਲਰ ਜਾਣ ਲਈ ਚਲੇ ਗਏ। ਮੈਂ ਫਟਾਫਟ ਆਪਣੀ ਸਹੇਲੀ ਕੋਲੋਂ ਮੋਬਾਈਲ ਲੈ ਲਿਆ ਅਤੇ ਤੁਰੰਤ ਬਲਵੀਰ ਨੂੰ ਫੋਨ ਲਾ ਲਿਆ ਅਤੇ ਪਹਿਲਾਂ ਉਸਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਤੇਰੇ ਪਿਤਾ ਨੇ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਉਹਨਾਂ ਨੂੰ ਮੇਰੀ ਮਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ, ਪਰ ਫਿਰ ਵੀ ਮੈਂ ਤੇਰੀ ਖਾਤਰ ਸਭ ਕੁਝ ਭੁੱਲ ਜਾਂਦਾ ਹਾਂ। ਤੁਸੀਂ ਮੈਨੂੰ ਦੱਸੋ ਕਿ ਕੀ ਕਰਨਾ ਹੈ। ਮੈਂ ਬਲਵੀਰ ਨੂੰ ਕਿਹਾ, ਹੁਣ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਕਿ ਅਸੀਂ ਦੋਵੇਂ ਭੱਜ ਕੇ ਕੋਰਟ ਮੈਰਿਜ ਕਰਵਾ ਲਈਏ। ਮੈਂ ਪਾਰਲਰ ਵਿੱਚ ਹਾਂ, ਤੁਸੀਂ ਜਲਦੀ ਆ ਕੇ ਮੈਨੂੰ ਲੈ ਜਾਓ। ਅਸੀਂ ਅੱਜ ਹੀ ਕੋਰਟ ਮੈਰਿਜ ਕਰ ਰਹੇ ਹਾਂ। ਬਲਵੀਰ ਨੇ ਕਿਹਾ, ਸਭ ਠੀਕ ਹੋ ਜਾਵੇਗਾ। ਮੈਂ ਕਿਹਾ, ਹਾਂ, ਸਭ ਠੀਕ ਹੋ ਜਾਵੇਗਾ। ਮੈਂ ਉਹਨਾਂ ਦੀ ਇਕਲੌਤੀ ਧੀ ਹਾਂ। ਹੌਲੀ-ਹੌਲੀ ਉਹ ਸਭ ਕੁਝ ਭੁੱਲ ਕੇ ਮੈਨੂੰ ਅਪਣਾ ਲੈਣਗੇ। ਬਲਵੀਰ ਨੇ ਕਿਹਾ, ਠੀਕ ਹੈ, ਮੈਂ ਪਾਰਲਰ ਕੋਲ ਖੜਾ ਹੋਵਾਂਗਾ। ਤੁਸੀਂ ਮੈਨੂੰ ਫੋਨ ਕਰਕੇ ਦੱਸੋ ਕਿ ਤੁਸੀਂ ਪਾਰਲਰ ਦੇ ਬਾਹਰ ਪਹੁੰਚ ਗਏ ਹੋ। ਮੈਂ ਡਰਾਈਵਰ ਨੂੰ ਬਹਾਨੇ ਨਾਲ ਘਰ ਭੇਜ ਦਿੱਤਾ। ਉਸ ਨੇ ਕਿਹਾ ਕਿ ਮੇਰੇ ਲਹਿੰਗਾ ਦਾ ਮੈਚਿੰਗ ਦੁਪੱਟਾ ਘਰ ਰਹਿ ਗਿਆ ਹੈ, ਤੁਸੀਂ ਮੈਨੂੰ ਲਿਆ ਕੇ ਦਿਓ।
ਉਦੋਂ ਤੱਕ ਮੈਂ ਤਿਆਰ ਹੁੰਦੀ ਹਾਂ। ਡਰਾਈਵਰ ਦੇ ਜਾਣ ਤੋਂ ਬਾਅਦ ਮੈਂ ਤੁਰੰਤ ਬਲਵੀਰ ਨੂੰ ਫੋਨ ਕਰਕੇ ਆਉਣ ਲਈ ਕਿਹਾ। ਅਗਲੇ ਹੀ ਪਲ ਉਹ ਮੇਰੇ ਕੋਲ ਆਇਆ। ਮੈਂ ਆਪਣੀ ਸਹੇਲੀ ਨੂੰ ਸਭ ਕੁਝ ਸਮਝਾਇਆ ਅਤੇ ਬਾਅਦ ਵਿੱਚ ਬਲਵੀਰ ਨਾਲ ਚਲੀ ਗਈ। ਅਸੀਂ ਦੋਹਾਂ ਨੇ ਮੰਦਰ ਵਿੱਚ ਵਿਆਹ ਕੀਤਾ ਅਤੇ ਉਸ ਤੋਂ ਬਾਅਦ ਮੈਂ ਉਸ ਦੀ ਦੁਲਹਨ ਬਣ ਕੇ ਬਲਵੀਰ ਦੇ ਘਰ ਆਈ। ਮੈਨੂੰ ਨਹੀਂ ਪਤਾ ਸੀ ਕਿ ਮੈਂ ਇਹ ਕਦਮ ਚੁੱਕ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ। ਦੂਜੇ ਪਾਸੇ ਜਿਵੇਂ ਹੀ ਮੇਰੇ ਮਾਤਾ-ਪਿਤਾ ਨੂੰ ਮੇਰੇ ਲਾਪਤਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਤੇ ਅਸਮਾਨ ਡਿੱਗ ਪਿਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਅਜਿਹਾ ਕੁਝ ਕਰ ਸਕਦੀ ਹਾਂ। ਮੇਰੇ ਘਰ ਕਿਆਮਤ ਆ ਗਈ ਸੀ। ਮੇਰੇ ਪਿਤਾ ਜੀ ਤੁਰੰਤ ਮੈਨੂੰ ਮਾਰਨ ਲਈ ਤਿਆਰ ਹੋ ਗਏ, ਪਰ ਮਾਂ ਨੇ ਪੈਰ ਫੜ ਕੇ ਕਿਹਾ, ਇੰਨਾ ਗੁੱਸਾ ਨਾ ਕਰ, ਉਹ ਸਾਡੀ ਇਕਲੌਤੀ ਧੀ ਹੈ। ਭਾਵੇਂ ਤੁਸੀਂ ਉਸ ਨੂੰ ਮਾਫ ਨਹੀਂ ਕਰਦੇ, ਉਸ ਨੂੰ ਸਮਾਂ ਦਿਓ ਅਤੇ ਉਸ ਦੇ ਨਾਲ ਅਜਿਹਾ ਕੁਝ ਨਾ ਕਰੋ। ਮਾਂ ਦੇ ਸਮਝਾਉਣ ਤੋਂ ਬਾਅਦ ਪਿਤਾ ਜੀ ਨੇ ਕਿਸੇ ਤਰ੍ਹਾਂ ਮੈਨੂੰ ਸਵੀਕਾਰ ਕਰ ਲਿਆ। ਮੈਨੂੰ ਘਰ ਆਈ ਨੂੰ 1 ਹਫ਼ਤਾ ਹੋ ਗਿਆ ਸੀ, ਪਰ ਮੇਰੇ ਪੇਕੇ ਘਰ ਵਿੱਚ ਸਨਾਟਾ ਸੀ। ਮੈਂ ਸਮਝ ਨਹੀਂ ਸਕੀ ਕਿ ਤੂਫਾਨ ਆਉਣ ਤੋਂ ਪਹਿਲਾਂ ਹਰ ਪਾਸੇ ਸਨਾਟਾ ਛਾ ਜਾਂਦਾ ਹੈ। ਮੈਂ ਆਪਣੇ ਸਹੁਰੇ ਘਰ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਰਹੀ ਸੀ। ਮੇਰੀ ਸੱਸ ਬਹੁਤ ਚੰਗੀ ਸੀ। ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਮੈਂ ਤਾਂ ਪੜ੍ਹਾਈ ਛੱਡ ਦਿੱਤੀ ਸੀ, ਪਰ ਬਲਵੀਰ ਨੇ ਪੜ੍ਹਾਈ ਜਾਰੀ ਰੱਖੀ ਤੇ ਨਾਲ-ਨਾਲ ਕੰਮ ਵੀ ਕਰਦਾ ਰਿਹਾ। ਮੇਰੀ ਸੱਸ ਕੱਪੜੇ ਸਿਲਾਈ ਕਰਦੀ ਸੀ। ਮੈਂ ਵੀ ਉਹਨਾਂ ਕੋਲ ਰਹਿੰਦਿਆਂ ਸਿਲਾਈ ਸਿੱਖ ਲਈ। ਮੇਰੇ ਸਹੁਰਿਆਂ ਦੀ ਹਾਲਤ ਬਹੁਤ ਚੰਗੀ ਨਹੀਂ ਸੀ। ਮੈਂ ਸ਼ੁਰੂ ਵਿੱਚ ਪਰੇਸ਼ਾਨ ਸੀ, ਪਰ ਹੌਲੀ-ਹੌਲੀ ਮੈਂ ਇੱਥੇ ਐਡਜਸਟ ਹੋ ਗਈ। ਇਸ ਤਰ੍ਹਾਂ ਸਾਡੇ ਵਿਆਹ ਨੂੰ 6 ਮਹੀਨੇ ਬੀਤ ਗਏ। ਮੈਂ ਮਹਿਸੂਸ ਕੀਤਾ ਕਿ ਮੇਰੀ ਸੱਸ ਦਾ ਰਵੱਈਆ ਮੇਰੇ ਨਾਲ ਅਜੀਬ ਹੁੰਦਾ ਜਾ ਰਿਹਾ ਸੀ। ਉਹ ਮੈਨੂੰ ਬਾਰ-ਬਾਰ ਦੱਸਦੀ ਸੀ, ਹੁਣ ਤੁਹਾਨੂੰ ਆਪਣੇ ਮਾਪਿਆਂ ਨੂੰ ਮਿਲਣ ਜਾਣਾ ਚਾਹੀਦਾ ਹੈ, ਕਿਉਂਕਿ ਤੁਸੀਂ ਉਹਨਾਂ ਦੀ ਇਕਲੌਤੀ ਧੀ ਹੋ। ਉਹ ਤੁਹਾਨੂੰ ਜ਼ਰੂਰ ਯਾਦ ਕਰ ਰਹੇ ਹੋਣਗੇ ਅਤੇ ਹੁਣ ਤੱਕ ਉਹਨਾਂ ਨੇ ਤੁਹਾਨੂੰ ਮਾਫ ਵੀ ਕਰ ਦਿੱਤਾ ਹੋਵੇਗਾ। ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਪਿਤਾ ਦੇ ਗੁੱਸੇ ਦਾ ਸਾਹਮਣਾ ਕਰ ਸਕਾਂ। ਮੈਂ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਸ ਦੀ ਗੱਲ ਨੂੰ ਟਾਲ ਦਿੰਦੀ। ਜਿਵੇਂ-ਜਿਵੇਂ ਦਿਨ ਲੰਘ ਰਹੇ ਸੀ, ਬਲਵੀਰ ਦਾ ਰਵੱਈਆ ਵੀ ਮੇਰੇ ਪ੍ਰਤੀ ਕੁਝ ਅਜੀਬ ਹੁੰਦਾ ਜਾ ਰਿਹਾ ਸੀ। ਮੈਂ ਉਸ ਤੋਂ ਕਈ ਵਾਰ ਪੁੱਛਣਾ ਚਾਹੁੰਦੀ ਸੀ, ਫਿਰ ਸੋਚਿਆ ਸ਼ਾਇਦ ਕੰਮ ਜ਼ਿਆਦਾ ਹੈ, ਇਸ ਲਈ ਉਹ ਚਿੰਤਤ ਹਨ। ਉਸ ਦਿਨ ਵੀ ਰੋਜ਼ ਵਾਂਗ ਬਲਵੀਰ ਨਾਸ਼ਤਾ ਕਰਕੇ ਆਪਣੇ ਕੰਮ ਤੇ ਚਲਾ ਗਿਆ। ਪਿੱਛੇ ਤੋਂ ਮੈਂ ਆਪਣਾ ਸਾਰਾ ਕੰਮ ਮੁਕਾ ਕੇ ਆਰਾਮ ਨਾਲ ਬੈਠ ਗਈ, ਕਿਉਂਕਿ ਹੁਣ ਮੇਰੇ ਪਤੀ ਨੇ ਰਾਤ ਨੂੰ ਹੀ ਘਰ ਆਉਣਾ ਸੀ। ਕੁਝ ਦੇਰ ਬਾਅਦ ਮੈਂ ਦੁਪਹਿਰ ਦਾ ਖਾਣਾ ਬਣਾਇਆ ਅਤੇ ਫਿਰ ਮੈਂ ਤੇ ਮੇਰੀ ਸੱਸ ਨੇ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਮੈਂ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲੀ ਗਈ। ਉਦੋਂ ਮੈਂ ਆਪਣੇ ਪਤੀ ਤੇ ਮੋਟਰਸਾਈਕਲ ਦੀ ਆਵਾਜ਼ ਸੁਣੀ। ਮੈਂ ਬਹੁਤ ਹੈਰਾਨ ਸੀ ਕਿ ਅੱਜ ਉਹ ਇੰਨੀ ਜਲਦੀ ਕਿਵੇਂ ਆ ਗਏ। ਜਦੋਂ ਮੈਂ ਜਾ ਕੇ ਦੇਖੀ ਤਾਂ ਮੇਰੀ ਸੱਸ ਵੀ ਬਾਹਰ ਆ ਗਈ ਸੀ। ਜਦੋਂ ਉਸਨੇ ਬਲਵੀਰ ਨੂੰ ਜਲਦੀ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਬਲਵੀਰ ਨੇ ਕਿਹਾ, ਅੱਜ ਕਾਲਜ ਦੀ ਛੁੱਟੀ ਸੀ ਅਤੇ ਦਫ਼ਤਰ ਵਿੱਚ ਵੀ ਕੋਈ ਖਾਸ ਕੰਮ ਨਹੀਂ ਸੀ, ਇਸ ਲਈ ਮੈਂ ਜਲਦੀ ਆ ਗਿਆ। ਮੈਂ ਆਪਣੇ ਪਤੀ ਲਈ ਖਾਣਾ ਲੈ ਆਈ ਅਤੇ ਫਿਰ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਜਦੋਂ ਮੈਂ ਵਾਪਸ ਆਈ ਤਾਂ ਦੇਖਿਆ ਕਿ ਮੇਰੇ ਪਤੀ ਬਲਵੀਰ ਦੀ ਮੌਤ ਹੋ ਚੁੱਕੀ ਸੀ। ਮੈਂ ਇਹ ਦ੍ਰਿਸ਼ ਨਾ ਦੇਖ ਸਕੀ ਅਤੇ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਈ ਤਾਂ ਸਵੇਰ ਹੋ ਚੁੱਕੀ ਸੀ। ਜਦੋਂ ਮੈਂ ਆਪਣੇ ਮ੍ਰਿਤਕ ਪਤੀ ਕੋਲ ਜਾਣਾ ਚਾਹਿਆ ਤਾਂ ਮੇਰੀ ਸੱਸ ਨੇ ਮੈਨੂੰ ਇਹ ਕਹਿ ਕੇ ਉਸ ਕੋਲ ਨਹੀਂ ਜਾਣ ਦਿੱਤਾ ਕਿ ਤੂੰ ਕਾਤਲ ਹੈ ਮੇਰੇ ਪੁੱਤਰ ਦੀ, ਅਤੇ ਇਹ ਕਹਿ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਰੋਂਦੀ ਹੋਈ ਸੜਕ ਤੇ ਤੁਰ ਰਹੀ ਸੀ। ਉਦੋਂ ਮੇਰੇ ਕੰਨਾਂ ਵਿੱਚ ਇੱਕ ਔਰਤ ਦੀ ਆਵਾਜ਼ ਪਈ। ਉਸ ਨੂੰ ਮਦਦ ਦੀ ਲੋੜ ਸੀ। ਜਦੋਂ ਮੈਂ ਉਸ ਦੀ ਮਦਦ ਕੀਤੀ ਤਾਂ ਉਸਨੇ ਮੈਨੂੰ ਅਸ਼ੀਰਵਾਦ ਦਿੰਦੇ ਹੋਏ ਘਰ ਜਾਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਘਰ ਜਾਣ ਤੋਂ ਬਾਅਦ ਤੁਹਾਨੂੰ ਅਜਿਹੀ ਖੁਸ਼ੀ ਮਿਲੇਗੀ ਜੋ ਅੱਜ ਤੱਕ ਕਿਸੇ ਔਰਤ ਨੂੰ ਨਹੀਂ ਮਿਲੀ ਹੋਵੇਗੀ। ਜਦੋਂ ਮੈਂ ਘਰ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਆਪਣੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ। ਦਰਵਾਜ਼ਾ ਖੁੱਲਦਿਆਂ ਹੀ ਮੇਰੇ ਤੇ ਫੁੱਲਾਂ ਦੀ ਵਰਖਾ ਸ਼ੁਰੂ ਹੋ ਗਈ। ਗੁਲਾਬ ਦੇ ਤਾਜ਼ੇ ਪੱਤੇ ਮੇਰੇ ਉੱਤੇ ਡਿੱਗ ਰਹੇ ਸਨ। ਮੈਂ ਉੱਪਰ ਦੇਖਿਆ ਤਾਂ ਮੇਰੇ ਪਤੀ ਦੀ ਲਾਸ਼ ਗਾਇਬ ਸੀ ਅਤੇ ਨਾਲ ਹੀ ਸਾਰੇ ਲੋਕ ਵੀ ਗਾਇਬ ਸਨ। ਘਰ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਅੰਦਰ ਜਾਣ ਲਈ ਦਰਵਾਜ਼ੇ ਤੋਂ ਫੁੱਲਾਂ ਨਾਲ ਰਸਤਾ ਬਣਿਆ ਹੋਇਆ ਸੀ। ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਹੋਈ।
ਇਹ ਕੀ ਹੈ? ਇਹ ਸੋਗ ਵਾਲਾ ਘਰ ਸੀ, ਇੱਥੇ ਸੋਗ ਹੋਣਾ ਚਾਹੀਦਾ ਸੀ। ਤਾਂ ਇਹ ਸਭ ਕੀ ਹੈ? ਮੇਰੇ ਪਤੀ ਦੀ ਲਾਸ਼ ਕਿੱਥੇ ਗਈ? ਮੇਰੀ ਸੱਸ ਕਿੱਧਰ ਗਈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਉਹਨਾਂ ਫੁੱਲਾਂ ਦੀਆਂ ਪੱਤੀਆਂ ਵਿੱਚੋਂ ਦੀ ਲੰਘਦੀ ਹੋਈ ਘਰ ਦੇ ਅੰਦਰ ਚਲੀ ਗਈ। ਮੇਰੀ ਸੱਸ ਦੇ ਕਮਰੇ ਵਿੱਚੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਅੰਦਰੋਂ ਆ ਰਹੀ ਆਵਾਜ਼ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਇਆ ਅਤੇ ਮੈਨੂੰ ਉਸ ਔਰਤ ਦੀਆਂ ਗੱਲਾਂ ਸੱਚੀਆਂ ਲੱਗਣ ਲੱਗ ਪਈਆਂ। ਉਹ ਸੱਚ ਕਹਿ ਰਹੀ ਸੀ ਕਿ ਮੈਂ ਬੇਸਹਾਰਾ ਨਹੀਂ ਹਾਂ, ਪਰ ਘੱਟ ਅਕਲ ਵਾਲੀ ਹਾਂ। ਅਜਿਹੀ ਨਾਪਾਕ ਸਾਜ਼ਿਸ਼ ਮੇਰੇ ਨੱਕ ਹੇਠ ਰਚੀ ਗਈ ਸੀ, ਪਰ ਮੈਂ ਅਣਜਾਣ ਸੀ। ਪਿਆਰ ਦੀ ਆੜ ਵਿੱਚ ਮੇਰੇ ਨਾਲ ਅਜਿਹੀ ਗੰਦੀ ਖੇਡ ਕਿਵੇਂ ਖੇਡੀ ਗਈ? ਮੈਨੂੰ ਆਪਣੀ ਆਪ ਤੇ ਬਹੁਤ ਗੁੱਸਾ ਆਇਆ। ਮੈਂ ਇਸ ਵਿਅਕਤੀ ਨੂੰ ਇੰਨਾ ਵੱਡਾ ਮੌਕਾ ਦਿੱਤਾ ਕਿ ਉਹ ਆ ਕੇ ਮੇਰੀ ਜ਼ਿੰਦਗੀ ਨਾਲ ਖੇਡੇ। ਮੇਰੀ ਸੱਸ ਮੇਰੇ ਪਤੀ ਨੂੰ ਕਹਿ ਰਹੀ ਸੀ ਕਿ ਸਾਰੀਆਂ ਤਿਆਰੀਆਂ ਹੋ ਗਈਆਂ ਹਨ, ਤੁਸੀਂ ਜਾ ਕੇ ਉਸ ਨੂੰ ਕਿਤੇ ਵੀ ਲੱਭ ਕੇ ਲਿਆਓ। ਮੇਰੇ ਪਤੀ ਨੇ ਕਿਹਾ, ਮੈਂ ਉਸ ਦੀ ਨਜ਼ਰ ਵਿੱਚ ਮਰ ਗਿਆ ਹਾਂ, ਉਹ ਮੇਰੇ ਨਾਲ ਕਿਵੇਂ ਆਵੇਗੀ? ਤਾਂ ਮੇਰੀ ਸੱਸ ਨੇ ਕਿਹਾ, ਉਹ ਬਹੁਤ ਭੋਲੀ ਹੈ, ਇਸ ਲਈ ਉਸ ਦੇ ਸਾਹਮਣੇ ਕੋਈ ਵੀ ਬਹਾਨਾ ਬਣਾ ਦਿਓ। ਕਹਿ ਦਿਓ ਕਿ ਮੈਂ ਬੇਹੋਸ਼ ਹੋ ਗਿਆ ਸੀ, ਤੁਸੀਂ ਲੋਕਾਂ ਨੇ ਮੈਨੂੰ ਮੁਰਦਾ ਸਮਝ ਲਿਆ। ਇਸ ਵਿੱਚ ਮੈਂ ਕੀ ਕਰ ਸਕਦਾ ਹਾਂ? ਕਿਸੇ ਵੀ ਕੀਮਤ ਤੇ ਉਸ ਨੂੰ ਵਾਪਸ ਲੈ ਕੇ ਆਉਣ ਲਈ ਕੁਝ ਵੀ ਕਰੋ। ਤੁਸੀਂ ਜਾਣਦੇ ਹੋ ਕਿ ਜਿਸ ਮਕਸਦ ਲਈ ਤੁਸੀਂ ਉਸ ਨਾਲ ਵਿਆਹ ਕੀਤਾ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਹੁਣ ਅਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਜਾਣ ਦੇ ਸਕਦੇ ਹਾਂ ਕਿ ਅਸੀਂ ਇੰਨਾ ਲੰਮਾ ਇੰਤਜ਼ਾਰ ਕੀਤਾ ਹੈ। ਮੈਂ ਇਸ ਦਿਨ ਬਾਰੇ ਬਹੁਤ ਖੁਸ਼ ਸੀ ਜਦੋਂ ਤੂੰ ਆ ਕੇ ਮੈਨੂੰ ਦੱਸਿਆ ਕਿ ਤੂੰ ਇੱਕ ਬਹੁਤ ਅਮੀਰ ਕੁੜੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ, ਪਰ ਮੈਨੂੰ ਕੀ ਪਤਾ ਸੀ ਉਸ ਦਾ ਬਾਪ ਇੰਨਾ ਸਖਤ ਹੋਵੇਗਾ। ਜਦੋਂ ਤੁਸੀਂ ਦੋਵੇਂ ਭੱਜ ਗਏ ਤਾਂ ਮੈਂ ਸੋਚਿਆ ਕਿ ਉਹ ਆਪਣੀ ਇਕਲੌਤੀ ਧੀ ਨੂੰ ਮਾਫ ਕਰ ਦੇਵੇਗਾ, ਪਰ ਨਹੀਂ, ਉਸ ਬੁੱਢੇ ਨੇ ਸਾਰੀ ਯੋਜਨਾ ਗੜਬੜ ਕਰ ਦਿੱਤੀ ਅਤੇ ਉਸ ਵੱਲ ਵੇਖ ਕੇ ਇਹ ਤਾਂ ਤੈਨੂੰ ਜੱਫੀ ਪਾ ਕੇ ਬੈਠ ਗਈ ਹੈ। ਮੈਂ ਤੇਰੀ ਮੌਤ ਦਾ ਡਰਾਮਾ ਇਸ ਲਈ ਰਚਿਆ ਸੀ ਕਿ ਮੈਂ ਉਸ ਨੂੰ ਦੋਸ਼ੀ ਠਹਿਰਾ ਕੇ ਘਰੋਂ ਕੱਢ ਦੇਵਾਂਗੀ, ਕਿਉਂਕਿ ਉਸ ਦੇ ਮਾਪਿਆਂ ਕੋਲੋਂ ਸਾਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਕਿੰਨਾ ਚਿਰ ਅਸੀਂ ਉਸ ਨੂੰ ਮੁਫਤ ਦੀਆਂ ਰੋਟੀਆਂ ਦਿੰਦੇ ਰਹਾਂਗੇ। ਇਸ ਲਈ ਮੈਂ ਜਾਣਬੁੱਝ ਕੇ ਤੁਹਾਡੇ ਭੋਜਨ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੱਤੀ ਅਤੇ ਖੂਨ ਦਾ ਕੀ ਸੀ, ਥੋੜਾ ਜਿਹਾ ਕੱਟ ਲੱਗਿਆ ਅਤੇ ਤੁਹਾਡਾ ਨੱਕ ਅਤੇ ਮੂੰਹ ਖੂਨ ਨਾਲ ਭਰ ਗਿਆ। ਮੈਂ ਹੈਰਾਨੀ ਨਾਲ ਉਸ ਦੀਆਂ ਗੱਲਾਂ ਸੁਣਦੀ ਰਹੀ। ਹੋਰ ਕੀ ਸੁਣਨਾ ਬਾਕੀ ਸੀ? ਅਗਲੀ ਗੱਲ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ। ਪਹਿਲਾਂ ਤਾਂ ਸਿਰਫ ਮੂਲੀ ਝਟਕੇ ਸਨ, ਫਿਰ ਮੇਰੀ ਸੱਸ ਦੀ ਅਗਲੀ ਗੱਲ ਨੇ ਮੇਰੇ ਸਰੀਰ ਵਿੱਚੋਂ ਜਾਨ ਕੱਢ ਦਿੱਤੀ। ਮੈਂ ਫਰਸ਼ ਤੇ ਡਿੱਗ ਗਈ। ਮੇਰੇ ਪਤੀ ਅਤੇ ਸੱਸ ਨੇ ਕੁਝ ਡਿੱਗਣ ਦੀ ਆਵਾਜ਼ ਸੁਣੀ। ਉਹਨਾਂ ਨੇ ਮੈਨੂੰ ਚੁੱਕ ਕੇ ਮੰਜੇ ਤੇ ਬਿਠਾਇਆ ਅਤੇ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰਾ ਪਤੀ ਬਲਵੀਰ ਕਮਰੇ 'ਚ ਬੇਚੈਨੀ ਨਾਲ ਇੱਧਰ ਉੱਧਰ ਘੁੰਮ ਰਿਹਾ ਸੀ। ਮੈਂ ਝੱਟ ਉੱਠ ਕੇ ਕਿਹਾ ਕਿ ਮੈਂ ਆਪਣੇ ਪੇਕੇ ਘਰ ਜਾਣਾ ਹੈ। ਮੈਂ ਉਹਨਾਂ ਦੀ ਗੱਲ ਸੁਣੇ ਬਿਨਾਂ ਹੀ ਬਾਹਰ ਚਲੀ ਗਈ ਅਤੇ ਆਪਣੇ ਪੇਕੇ ਘਰ ਜਾਣ ਲੱਗੀ। ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਦਾ ਇੱਕ ਹਫ਼ਤਾ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਮੈਨੂੰ ਸੌਂਪ ਦਿੱਤੀ ਸੀ। ਮੇਰੀ ਮਾਂ ਮੈਨੂੰ ਦੇਖਦੀ ਹੈ, ਉਹ ਮੈਨੂੰ ਜੱਫੀ ਪਾ ਕੇ ਰੋਣ ਲੱਗੀ। ਮੇਰੇ ਹਾਲ ਵੀ ਅਜਿਹਾ ਹੀ ਸੀ। ਅਸਲ ਵਿੱਚ ਬਲਵੀਰ ਨੇ ਦੌਲਤ ਦੇ ਲਾਲਚ ਵਿੱਚ ਹੀ ਮੇਰੇ ਨਾਲ ਵਿਆਹ ਕੀਤਾ ਸੀ। ਪਹਿਲਾਂ ਤਾਂ ਸਭ ਕੁਝ ਠੀਕ ਸੀ, ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਗੁੱਸੇ ਵਿੱਚ ਮੈਨੂੰ ਇੱਕ ਪੈਸਾ ਵੀ ਨਹੀਂ ਦੇ ਰਹੇ ਸਨ ਤਾਂ ਉਸ ਦਾ ਦਿਲ ਮੇਰੇ ਤੋਂ ਖੱਟਾ ਹੋ ਗਿਆ। ਦੋਵੇਂ ਮਾਂ ਪੁੱਤਰ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਜਦੋਂ ਉਹਨਾਂ ਨੇ ਕੋਈ ਕਾਰਨ ਨਹੀਂ ਮਿਲਿਆ ਤਾਂ ਉਸ ਨੇ ਆਪਣੀ ਮੌਤ ਦਾ ਡਰਾਮਾ ਰਚਿਆ ਅਤੇ ਮੇਰੇ ਤੋਂ ਦੋਸ਼ ਲਗਾ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਪਰ ਜਦੋਂ ਉਸਨੇ ਕਿਸੇ ਪਾਸੋਂ ਇਹ ਖਬਰ ਸੁਣੀ ਕਿ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਅਤੇ ਉਹਨਾਂ ਆਪਣੀ ਸਾਰੀ ਜਾਇਦਾਦ ਮੈਨੂੰ ਸੌਂਪ ਦਿੱਤੀ ਹੈ ਤਾਂ ਇਹ ਖਬਰ ਸੁਣਦੇ ਹੀ ਮੇਰਾ ਪਤੀ ਉੱਠ ਕੇ ਬੈਠ ਗਿਆ। ਇਲਾਕੇ ਦੇ ਲੋਕ ਕੁਝ ਡਰੇ ਹੋਏ ਸਨ ਅਤੇ ਕੁਝ ਨੇ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਹਰ ਕੋਈ ਸਮਝਦਾ ਸੀ ਕਿ ਇਹ ਸਾਡਾ ਕਸੂਰ ਸੀ। ਅਸੀਂ ਬੇਹੋਸ਼ੀ ਨੂੰ ਨਹੀਂ ਸਮਝਿਆ ਤੇ ਉਸ ਨੂੰ ਮਰਿਆ ਹੋਇਆ ਸਮਝ ਬੈਠੇ। ਇੱਕ ਇੱਕ ਕਰਕੇ ਸਾਰੇ ਲੋਕ ਉੱਥੋਂ ਚਲੇ ਗਏ। ਮੇਰੀ ਸੱਸ ਅਤੇ ਮੇਰਾ ਪਤੀ ਹੁਣ ਜਾਇਦਾਦ ਦੇ ਲਾਲਚ ਕਾਰਨ ਮੈਨੂੰ ਵਾਪਸ ਲਿਆਉਣਾ ਚਾਹੁੰਦੇ ਸਨ ਤਾਂ ਕਿ ਉਹ ਮੇਰੀ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਸਕਣ
ਅਤੇ ਇਸੇ ਲਈ ਉਹਨਾਂ ਨੇ ਮੈਨੂੰ ਖੁਸ਼ ਕਰਨ ਲਈ ਮੇਰੇ ਸਵਾਗਤ ਦੇ ਸਾਰੇ ਪ੍ਰਬੰਧ ਕੀਤੇ। ਪਰ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਮੈਂ ਉਹਨਾਂ ਨੂੰ ਕਦੇ ਮਾਫ ਨਹੀਂ ਕਰਾਂਗੀ। ਸ਼ਾਮ ਨੂੰ ਮੇਰੇ ਪਤੀ ਅਤੇ ਮੇਰੀ ਸੱਸ ਮੇਰੇ ਘਰ ਆਏ ਅਤੇ ਮੇਰੇ ਤੋਂ ਮਾਫੀ ਮੰਗਣ ਲੱਗੇ, ਪਰ ਮੇਰੇ ਉੱਤੇ ਉਹਨਾਂ ਦੇ ਕਿਸੇ ਵੀ ਸ਼ਬਦ ਦਾ ਕੋਈ ਅਸਰ ਨਹੀਂ ਹੋਇਆ। ਉਹ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਮੈਨੂੰ ਕੁਝ ਦਿਨਾਂ ਬਾਅਦ ਪਤਾ ਲੱਗਿਆ ਮੇਰੀ ਸੱਸ ਉਸਨੂੰ ਉਸਦੇ ਕੀਤੇ ਦੀ ਸਜ਼ਾ ਮਿਲੀ ਅਤੇ ਉਸਦਾ ਸਾਰਾ ਸਰੀਰ ਪੈਰਾਲਾਈਜ਼ ਹੋ ਗਿਆ। ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਖੂਨ ਦੇ ਹੰਝੂ ਰੋਇਆ। ਉਹਨੇ ਮੇਰੇ ਨਾਲ ਜੋ ਮਰਜ਼ੀ ਕੀਤਾ, ਉਹ ਮੇਰਾ ਪਿਆਰ ਸੀ। ਮੈਂ ਨਾ ਚਾਹੁੰਦੇ ਹੋਏ ਵੀ ਉਸ ਨੂੰ ਮਾਫ ਕਰ ਦਿੱਤਾ। ਹੁਣ ਮੇਰੀ ਸੱਸ ਅਤੇ ਮੇਰੇ ਪਤੀ ਦੋਵੇਂ ਬਹੁਤ ਬਦਲ ਗਏ ਹਨ। ਉਸ ਦੇ ਜੀਵਨ ਵਿੱਚੋਂ ਦੌਲਤ ਦੀ ਲਾਲਸਾ ਖਤਮ ਹੋ ਗਈ ਹੈ। 2 ਸਾਲਾਂ ਬਾਅਦ ਪਰਮਾਤਮਾ ਨੇ ਮੈਨੂੰ ਇੱਕ ਸੁੰਦਰ ਪੁੱਤਰ ਦਿੱਤਾ ਅਤੇ ਮੈਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਰਹੀ ਸੀ। ਦੌਲਤ ਦਾ ਲਾਲਚ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ, ਭਾਵੇਂ ਉਹ ਸੰਭਲ ਜਾਂਦਾ ਹੈ ਪਰ ਠੋਕਰ ਖਾ ਕੇ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।